TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਅੱਜ ਦੀਆਂ ਜਿਹੜੀਆਂ ਖਬਰਾਂ ਵਿਚਾਰਾਂਗੇ, ਜਿਨ੍ਹਾਂ ਦੇ ਉੱਤੇ ਟਿੱਪਣੀਆਂ ਕਰਾਂਗੇ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਜਾਰਜ ਫਲੋਇਡ ਦੀ ਮੌਤ ਦਾ ਚੱਲ ਰਿਹਾ ਮੁਕੱਦਮਾ ਸਮਾਪਤੀ ਦੇ ਨੇੜੇ। ਅਮਰੀਕਾ ਵਿੱਚ ਇੱਕ 20 ਸਾਲਾ ਨੌਜਵਾਨ ਨੂੰ ਪੁਲਿਸ ਨੇ ਮਾਰੀ ਗੋਲੀ। ਕੈਨੇਡਾ ਵਿੱਚ ਹੋਇਆ ਸੜਕ ਹਾਦਸਾ, ਇੱਕ ਪੰਜਾਬੀ ਗੱਭਰੂ ਹਲਾਕ। ਹਰਿਆਣਾ ਵਿੱਚ ਨਾਈਟ ਕਰਫਿਊ ਦਾ ਐਲਾਨ। ਕੇਂਦਰ ਨਾਲ ਗੱਲਬਾਤ ਲਈ ਤਿਆਰ ਪਰ ਸ਼ਰਤਾਂ ਨਾਲ ਨਹੀਂ, ਰਾਜੇਵਾਲ ਦਾ ਕਹਿਣਾ। ਲੱਖਾ ਸਿਧਾਣਾ ਦੇ ਭਰਾ ਤੇ ਦਿੱਲੀ ਪੁਲਿਸ ਦੇ ਤਸ਼ੱਦਦ ਦੀ ਪੰਜਾਬ ਵਿੱਚ ਜਾਂਚ ਸ਼ੁਰੂ। ਪੰਜਾਬ ਵਿੱਚ ਨਸ਼ੇ ਦਾ ਕਹਿਰ ਜਾਰੀ। ਪਤੀ ਪਤਨੀ ਓਵਰਡੋਜ਼, ਬੇਹੋਸ਼ੀ ਦੀ ਹਾਲਤ ਵਿੱਚ ਮਿਲੇ। 3 ਪੁੱਤਰਾਂ ਦੀ ਵਿਧਵਾ ਮਾਂ ਨੇ ਦੁਖੀ ਹੋ ਕੇ ਕੀਤੀ ਖੁਦਕੁਸ਼ੀ। ਅਤੇ ਦਿੱਲੀ ਮੋਰਚੇ ਵਿੱਚ ਬਿਮਾਰ ਹੋਣ ਕਾਰਨ ਪਿੰਡ ਪਰਤੇ ਕਿਸਾਨ ਦੀ ਹੋਈ ਮੌਤ। ਦੋਸਤੋ, ਇਹਨਾਂ ਖਬਰਾਂ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਵਿਸਥਾਰ ਨਾਲ। ਜਿੱਥੇ ਜਾਣਕਾਰੀ ਹੋਏਗੀ ਉਸ ਦੇ ਨਾਲ ਇਹਨਾਂ ਖਬਰਾਂ ਦੇ ਉੱਤੇ ਕੁਝ ਟਿੱਪਣੀਆਂ ਵੀ ਹੋਣਗੀਆਂ। ਤੁਹਾਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਫਿਰ ਖਬਰਾਂ ਵੱਲ ਨੂੰ ਰੁਖ ਕਰਦੇ ਹਾਂ। ਜਾਰਜ ਫਲੋਇਡ ਦੀ ਮੌਤ ਦਾ ਮਾਮਲਾ ਸ਼ਾਇਦ ਤੁਹਾਨੂੰ ਸਭਨਾਂ ਨੂੰ ਯਾਦ ਹੋਵੇ। ਮਿਨੀਐਪੋਲਿਸ ਦੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਦੇ ਖਿਲਾਫ ਮੁਕੱਦਮਾ ਚੱਲ ਰਿਹਾ ਹੈ ਅਤੇ ਤੀਸਰੇ ਹਫ਼ਤੇ ਦੇ ਵਿੱਚ ਇਹ ਮੁਕੱਦਮਾ ਹੈ। ਹਾਲਾਂਕਿ ਸੂਬੇ ਦੇ ਵੱਲੋਂ ਸਾਰੀਆਂ ਦਲੀਲਾਂ ਰੱਖਣ ਅਤੇ ਸਬੂਤ ਪੇਸ਼ ਕੀਤੇ ਜਾਣ ਦੇ ਬਾਅਦ ਇਹ ਮੁਕੱਦਮਾ ਲਗਾਤਾਰ ਸਮਾਪਤੀ ਵੱਲ ਵਧਦਾ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਕਈ ਗਵਾਹ ਪੇਸ਼ ਕੀਤੇ ਗਏ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਫਲੋਇਡ ਦੀ ਗਰਦਨ ਦੇ ਉੱਤੇ ਦਬਾਅ ਕੀਤਾ ਗਿਆ ਸੀ, ਇੱਕ ਗੋਡੇ ਨਾਲ ਗੋਡਾ ਰੱਖਿਆ ਗਿਆ ਸੀ ਤੇ ਕਈ ਮਿੰਟ, 9 ਮਿੰਟ ਤੋਂ ਜ਼ਿਆਦਾ ਗੋਡਾ ਰੱਖਣ ਦੇ ਕਾਰਨ ਆਖਰਕਾਰ ਉਸਨੇ ਦਮ ਤੋੜ ਦਿੱਤਾ ਸੀ। ਤੇ ਉਸ ਗਰਦਨ ਤੇ ਗੋਡਾ ਰੱਖਣ ਦੇ ਦਬਾਅ ਬਣਾਏ ਜਾਣ ਦੇ ਨਾਲ ਹੀ ਅਧਿਕਾਰੀਆਂ ਨੂੰ ਗਲਤ ਠਹਿਰਾਇਆ ਗਿਆ ਅਤੇ ਮਾਹਿਰਾਂ ਨੇ ਵੀ, ਗਵਾਹਾਂ ਨੇ ਵੀ ਆਪਣੀਆਂ ਗਵਾਹੀਆਂ ਦਰਜ ਕਰਵਾ ਦਿੱਤੀਆਂ ਨੇ, ਜਿਨ੍ਹਾਂ ਨੇ ਫਲੋਇਡ ਦੀ ਮੌਤ ਦੀ ਵਜ੍ਹਾ ਆਕਸੀਜਨ ਦੀ ਘਾਟ ਦੱਸੀ। ਅਧਿਕਾਰੀ ਡਰੇਕ, ਜਿਹੜੇ ਪੁਲਿਸ ਮੁਲਾਜ਼ਮ ਨੇ, ਪੁਲਿਸ ਅਫਸਰ ਸੀ, ਉਹਨਾਂ ਦੇ ਉੱਤੇ ਦੋਸ਼ ਲੱਗੇ ਸਨ ਕਿ ਉਹਨਾਂ ਨੇ ਉਹਦੀ ਧੌਣ ਤੇ ਗੋਡਾ ਰੱਖਿਆ। ਉਹ ਕਹਿੰਦਾ ਰਿਹਾ ਗੋਡਾ ਚੁੱਕੋ, ਪੁਲਿਸ ਅਫਸਰ ਨੇ ਗੋਡਾ ਚੁੱਕਿਆ ਨਾ, ਆਖਰਕਾਰ ਉਸ ਦੀ ਮੌਤ ਹੋ ਗਈ। ਹੁਣ ਇਹ ਸਭ ਕੁਝ ਇਸ ਵਕਤ ਅਦਾਲਤ ਦੇ ਵਿੱਚ ਲਗਭਗ ਆਖਰੀ ਦੌਰ ਦੇ ਵਿੱਚ ਹੈ। ਆਲੇ ਦੁਆਲੇ ਲੋਕ ਵੀ ਸਨ, ਉਹ ਵੀ ਆਖ ਰਹੇ ਸਨ ਕਿ ਉਹ ਕਹਿ ਰਿਹਾ, ਉਹ ਵਾਰ-ਵਾਰ ਆਖ ਰਿਹਾ ਕਿ ਮੇਰੀ ਗਰਦਨ ਤੋਂ ਗੋਡਾ ਚੁੱਕ ਲਓ। ਵੀਡੀਓ ਵਾਇਰਲ ਹੋਈ ਸੀ। ਅਮਰੀਕਾ ਦੇ ਵਿੱਚ ਵਿਆਪਕ ਪੱਧਰ ਤੇ ਪ੍ਰਦਰਸ਼ਨ ਹੋਏ ਸੀ ਅਤੇ ਇਹਦੇ ਨਾਲ ਇਕੱਲੇ ਅਮਰੀਕਾ ਵਿੱਚ ਨਹੀਂ, ਦੁਨੀਆ ਭਰ ਦੇ ਵਿੱਚ ਮਾਮਲੇ ਜਦੋਂ ਇਹ ਸਾਹਮਣੇ ਆਏ, ਇਸ ਤਰ੍ਹਾਂ ਦੀਆਂ ਖਬਰਾਂ ਕਿ ਉੱਥੇ ਵੀ ਲੋਕਾਂ ਨਾਲ ਪੁਲਿਸ ਵੱਲੋਂ ਧੱਕੇਸ਼ਾਹੀਆਂ ਹੋ ਰਹੀਆਂ ਨੇ। ਖਾਸ ਕਰਕੇ ਘੱਟ ਗਿਣਤੀ ਭਾਈਚਾਰੇ ਨੇ ਦੁਨੀਆ ਭਰ ਦੇ ਵਿੱਚ ਇੱਕ ਲਹਿਰ ਵਿੱਢ ਦਿੱਤੀ ਸੀ। ਇਸ ਲਹਿਰ ਦਾ ਆਗਾਜ਼ ਅਮਰੀਕਾ ਦੇ ਵਿੱਚੋਂ ਹੋਇਆ ਸੀ, ਬਲੈਕ ਲਾਈਵਜ਼ ਮੈਟਰ, ਅਤੇ ਉਹ ਮੁਕੱਦਮਾ ਲਗਭਗ ਆਪਣੇ ਆਖਰੀ ਪੜਾਅ ਦੇ ਵਿੱਚ ਹੈ। ਮਾਮਲਾ ਗੰਭੀਰ ਹੈ। ਖਾਸ ਕਰਕੇ ਸਿਆਹ ਮੂਲ ਦੇ ਭਾਈਚਾਰੇ ਨਾਲ ਅਮਰੀਕਾ ਦੇ ਵਿੱਚੋਂ ਖਬਰਾਂ ਮਿਲਦੀਆਂ ਰਹਿੰਦੀਆਂ ਨੇ ਕਿ ਧੱਕਾ ਹੋਇਆ। ਪੰਜਾਬ ਦੇ ਵਿੱਚ ਵੀ ਪੁਲਿਸ ਧੱਕਾ ਕਰਦੀ ਹੈ ਤੇ ਅੱਗੇ ਦਿੱਲੀ ਦੀ ਪੁਲਿਸ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਪਰ ਨਾਲ ਹੀ ਹਾਲੇ ਆਹ ਖਬਰ, ਆਹ ਮੁਕੱਦਮਾ ਚੱਲ ਹੀ ਰਿਹਾ ਤੇ ਇੱਕ ਖਬਰ ਅਮਰੀਕਾ ਵਾਲੇ ਪਾਸਿਓਂ ਉੱਥੋਂ ਹੀ ਮਿਲੀ ਹੈ ਜਿੱਥੇ ਜਾਰਜ ਫਲੋਇਡ ਦੀ ਗਰਦਨ ਤੇ ਗੋਡਾ ਰੱਖਿਆ ਮੌਤ ਹੋਈ। ਮੁਕੱਦਮਾ ਚੱਲ ਰਿਹਾ ਉਹ ਤੋਂ ਲਗਭਗ 16 ਕਿਲੋਮੀਟਰ ਦੂਰ ਉਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਵਿੱਚ ਜਿਹੜੇ ਗੈਰ ਗੋਰੇ ਨੇ, ਭਾਵ ਸਿਆਹ ਮੂਲ ਦੇ ਲੋਕ ਨੇ, ਉਹਨਾਂ ਦੇ ਉੱਤੇ ਪੁਲਿਸ ਦੀ ਬੇਰਹਿਮੀ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ। ਬੀਤੇ ਸਾਲ ਦੀ ਜਿਹੜੀ ਖਬਰ ਸੀ, ਜਾਣਕਾਰੀ ਸੀ, ਹਾਲੇ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਕਿਸ ਤਰ੍ਹਾਂ ਫਲੋਇਡ ਦੀ ਗਰਦਨ ਤੇ ਗੋਡਾ ਰੱਖਿਆ, ਕਿਸ ਤਰ੍ਹਾਂ ਉਹਦੀ ਮੌਤ ਹੋਈ, ਕਿਸ ਤਰ੍ਹਾਂ ਇਸ ਵਕਤ ਮੁਕੱਦਮਾ ਚੱਲ ਰਿਹਾ ਹੈ। ਤੇ ਆਹ ਹੁਣ ਇੱਕ ਹੋਰ ਖਬਰ ਮਿਲੀ ਹੈ। ਇਹ ਜਿਹੜੀ ਖਬਰ ਮਿਲ ਰਹੀ ਹੈ, ਇਸ ਦੇ ਮੁਤਾਬਕ ਇੱਕ 20 ਵਰ੍ਹਿਆਂ ਦਾ ਇਹ ਵੀ ਸਿਆਹ ਮੂਲ ਦਾ ਮੁੰਡਾ ਸੀ। ਇਸ ਦੀ ਵੀ ਗੋਲੀ ਨਾਲ ਹੱਤਿਆ ਹੋਈ ਹੈ ਤੇ ਗੋਲੀ ਇਹ ਵੀ ਪੁਲਿਸ ਦੀ ਹੈ। ਜਾਣਕਾਰੀ ਮਿਲੀ ਹੈ ਕਿ 20 ਵਰ੍ਹਿਆਂ ਦਾ ਇੱਕ ਲੜਕਾ ਜਿਸ ਨੂੰ ਪੁਲਿਸ ਨੇ ਗੋਲੀ ਮਾਰੀ ਹੈ, ਲਗਭਗ ਜਾਰਜ ਫਲੋਇਡ ਦੀ ਮੌਤ ਤੋਂ ਤੇ ਇਸ ਮੁੰਡੇ ਦੀ ਮੌਤ ਦੇ ਵਿਚਕਾਰ 16 ਕਿਲੋਮੀਟਰ ਦੀ ਦੂਰੀ ਦਾ ਫਾਸਲਾ ਹੈ। ਤੁਸੀਂ ਦੇਖੋ ਕਿ ਮਾਮਲਾ ਉਸੇ ਤਰ੍ਹਾਂ ਦਾ ਤੇ ਲਗਭਗ ਉਸ ਤਰ੍ਹਾਂ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਗੁੱਸਾ ਹੈ। ਲਗਭਗ ਉਸੇ ਤਰ੍ਹਾਂ ਦੀ ਅੱਗ ਫੇਰ ਸੁਲਗਣ ਲੱਗ ਪਈ ਹੈ। ਜਿਹੜੀ ਜਾਣਕਾਰੀ ਮਿਲੀ ਹੈ ਕਿ 20 ਵਰ੍ਹਿਆਂ ਦੇ ਇਸ ਮੁੰਡੇ, ਜਿਸ ਦਾ ਨਾਮ ਡੋਂਟੇ ਰਾਈਟ ਦੱਸਿਆ ਜਾ ਰਿਹਾ ਹੈ, ਉਸ ਨੂੰ ਪੁਲਿਸ ਨੇ ਗੋਲੀ ਮਾਰੀ ਹੈ।
जिस कारण इस नौजवान की मौके पर मौत हो गई। घटना कल ਐਤਵਾਰ ਦੀ है, ਜਦੋਂ 20 ਵਰਿਆਂ ਦਾ ਡੋਂਟੇ ਰਾਈਟ ਆਪਣੀ ਕਾਰ ਦੇ ਨਾਲ ਕਾਰ ਵਿੱਚ ਸਵਾਰ ਹੋ ਕੇ ਆਪਣੇ ਘਰ ਨੂੰ ਪਰਤ ਰਿਹਾ ਸੀ ਤੇ ਰਸਤੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ। ਦੂਸਰੀ ਕਾਰ ਦੇ ਵਿੱਚ ਟੱਕਰ ਵੱਜ ਗਈ। ਉਸ ਮੌਕੇ ਤੇ ਪੁਲਿਸ ਪਹੁੰਚ ਗਈ ਤੇ ਜਾਣਕਾਰੀ ਮਿਲੀ ਹੈ ਕਿ ਉਸੇ ਘਟਨਾ ਸਥਾਨ ਤੇ ਪੁਲਿਸ ਨੇ ਇਸ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਹੈ। ਮੁੰਡੇ ਦੀ ਮਾਂ ਨੇ ਘਟਨਾ ਦੀ ਹੱਡ ਬੀਤੀ ਦੱਸੀ ਹੈ ਤੇ ਜ਼ਿਕਰ ਕੀਤਾ ਕਿ ਜਦੋਂ ਕਾਰ ਦੀ ਟੱਕਰ ਹੋਈ ਤਾਂ ਉਸਦੇ 20 ਸਾਲਾ ਪੁੱਤ ਨੇ ਉਸ ਨੂੰ ਫੋਨ ਕੀਤਾ। ਮੁੰਡੇ ਦੀ ਮਾਂ ਦੇ ਮੁਤਾਬਕ ਉਸਦੇ ਪੁੱਤ ਨੇ ਉਹਨਾਂ ਨੂੰ ਫੋਨ ਤੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਰੋਕਿਆ ਹੋਇਆ। ਇਸੇ ਦੌਰਾਨ ਮੁੰਡੇ ਦੀ ਮਾਂ ਦਾ ਕਹਿਣਾ ਕਿ ਉਹਨੂੰ ਪਿੱਛੋਂ ਪੁਲਿਸ ਦੀਆਂ ਆਵਾਜ਼ਾਂ ਸੁਣ ਰਹੀਆਂ ਸਨ। ਪੁਲਿਸ ਵਾਲੇ ਡੋਂਟੇ ਰਾਈਟ ਨੂੰ ਆਪਣਾ ਫੋਨ ਕੱਟਣ ਵਾਸਤੇ ਹੇਠਾਂ ਰੱਖਣ ਵਾਸਤੇ ਆਖ ਰਹੇ ਸਨ ਤੇ ਇੰਨੇ ਵਿੱਚ ਹੀ ਉਹ ਕਹਿੰਦੀ ਗੱਲਬਾਤ ਵਿਚਾਲੇ ਟੁੱਟ ਗਈ। ਮੈਂ ਬਾਅਦ ਦੇ ਵਿੱਚ ਆਪਣੇ ਮੁੰਡੇ ਨੂੰ ਡੋਂਟੇ ਰਾਈਟ ਨੂੰ ਫੋਨ ਕਰਦੀ ਰਹੀ ਪਰ ਫੋਨ ਮੁੜ ਕੇ ਉਸਨੇ ਚੁੱਕਿਆ ਨਹੀਂ। ਕੁਝ ਸਮੇਂ ਤੋਂ ਬਾਅਦ ਇਸ ਔਰਤ ਦੇ ਦੱਸਣ ਮੁਤਾਬਕ ਫਿਰ ਡੋਂਟੇ ਰਾਈਟ ਦੇ ਦੋਸਤ ਨੇ ਉਸ ਨੂੰ ਫੋਨ ਕੀਤਾ ਕਿ ਪੁਲਿਸ ਵਾਲਿਆਂ ਨੇ ਡੋਂਟੇ ਨੂੰ ਗੋਲੀ ਮਾਰ ਦਿੱਤੀ ਹੈ ਤੇ ਉਹ ਪ੍ਰਾਣ ਤਿਆਗ ਗਿਆ। ਪਰ ਪੁਲਿਸ ਆਪਣੀ ਦਲੀਲ ਦੇ ਰਹੀ ਹੈ। ਪੁਲਿਸ ਕਹਿੰਦੀ ਹੈ ਕਿ ਡੋਂਟੇ ਰਾਈਟ ਦੀ ਗੱਡੀ ਅਸੀਂ ਰੋਕੀ। ਗੱਡੀ ਰੋਕਣ ਤੋਂ ਬਾਅਦ ਕਿਉਂਕਿ ਉਸਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਸੀ, ਜਦੋਂ ਅਸੀਂ ਰੋਕਿਆ ਸਾਨੂੰ ਪਤਾ ਲੱਗਿਆ ਕਿ ਸ਼ਖਸ ਦੇ ਖਿਲਾਫ ਵਾਰੰਟ ਜਾਰੀ ਨੇ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਹ ਆਪਣੀ ਕਾਰ ਦੇ ਵਿੱਚ ਚੜ੍ਹਨ ਲੱਗਿਆ। ਜਦੋਂ ਪੁਲਿਸ ਨੇ ਇੱਕ ਅਧਿਕਾਰੀ ਨੇ ਨੌਜਵਾਨ ਤੇ ਗੋਲੀ ਚਲਾਈ ਤਾਂ ਗੋਲੀ ਉਸ ਤੇ ਜਾ ਵੱਜੀ ਅਤੇ ਉਸ ਦੀ ਮੌਤ ਹੋ ਗਈ। ਡੋਂਟੇ ਰਾਈਟ ਦੀ ਮੌਤ ਤੋਂ ਬਾਅਦ ਬਰੁਕਲਿਨ ਸ਼ਹਿਰ ਦੇ ਵਿੱਚ ਬੀਤੇ ਵਰੇ ਜਿਸ ਤਰ੍ਹਾਂ ਜੋਰਜ ਫਲਾਇਡ ਦੀ ਮੌਤ ਤੋਂ ਬਾਅਦ ਵੱਡੇ ਪੱਧਰ ਤੇ ਵਿਆਪਕ ਰੋਸ ਪ੍ਰਦਰਸ਼ਨ ਹੋਇਆ ਸੀ, ਲੋਕ ਉਸੇ ਤਰ੍ਹਾਂ ਸੜਕਾਂ ਤੇ ਨਿਕਲੇ। ਉਸੇ ਤਰ੍ਹਾਂ ਖਬਰਾਂ ਮਿਲੀਆਂ ਨੇ ਕਿ ਕੁਝ ਮਾਲ ਦੀ ਲੁੱਟ ਖੋਹ ਵੀ ਕੀਤੀ ਗਈ। ਇਹ ਵੀ ਪਤਾ ਲੱਗਿਆ ਕਿ ਬਰੁਕਲਿਨ ਸੈਂਟਰ ਪੁਲਿਸ ਵਿਭਾਗ ਦੇ ਬਾਹਰ ਵੀ ਲੋਕ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨ ਨੂੰ ਦੇਖਦੇ ਹੋਏ ਉੱਥੋਂ ਦੇ ਗਵਰਨਰ ਟਿਮ ਵਲਜ਼ ਨੇ ਟਵੀਟ ਕੀਤਾ। ਉਹਨਾਂ ਆਖਿਆ ਕਿ ਲਗਾਤਾਰ ਘਟਨਾ ਤੇ ਸਾਡੀ ਨਜ਼ਰ ਬਣੀ ਹੋਈ ਹੈ। ਉਹਨਾਂ ਇਹ ਵੀ ਆਖਿਆ ਕਿ ਮੇਰੀ ਪਰਿਵਾਰ ਦੇ ਨਾਲ ਹਮਦਰਦੀ ਵੀ ਹੈ ਅਤੇ ਮੈਂ ਉਹਨਾਂ ਲਈ ਪ੍ਰਾਰਥਨਾ ਕਰ ਰਿਹਾ ਕਿ ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਨੇ ਇੱਕ ਹੋਰ ਗੈਰ ਗੋਰੇ ਨੌਜਵਾਨ ਦੀ ਜਾਨ ਲੈ ਲਈ ਹੈ। ਫਿਰ ਉੱਥੇ ਜਦੋਂ ਪ੍ਰਦਰਸ਼ਨ ਮਗਣ ਲੱਗਿਆ, ਪ੍ਰਦਰਸ਼ਨਕਾਰੀ ਨੂੰ ਉੱਥੋਂ ਇੱਧਰ ਤਿੱਤਰ ਬਿੱਤਰ ਕਰਨ ਦੇ ਵਾਸਤੇ, ਖਦੇੜਨ ਦੇ ਵਾਸਤੇ ਪੁਲਿਸ ਨੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਅਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਕਿ ਬਲੈਕ ਲਾਈਵਜ਼ ਮੈਟਰ ਦੀ ਦੁਨੀਆ ਭਰ ਦੇ ਵਿੱਚ ਚਰਚਾ ਹੋਈ ਸੀ। ਸਾਡੇ ਇੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਉਹਨਾਂ ਰੈਲੀਆਂ ਦੇ ਵਿੱਚ ਜਾ ਕੇ ਰੋਸ ਪ੍ਰਦਰਸ਼ਨ ਦੇ ਵਿੱਚ ਬੈਠਦੇ ਰਹੇ ਅਤੇ ਉਹਨਾਂ ਨੇ ਵੀ ਇਸ ਗੱਲ ਨੂੰ ਤਸਲੀਮ ਕੀਤਾ ਸੀ ਕਿ ਭਾਵੇਂ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਤਾਂ ਨਹੀਂ ਹੁੰਦੀਆਂ, ਇਸ ਤਰ੍ਹਾਂ ਦੀਆਂ ਘਟਨਾਵਾਂ ਤਾਂ ਨਹੀਂ ਘਟਦੀਆਂ, ਪਰ ਸਿਸਟੈਮਿਕ ਰੇਸਿਜ਼ਮ ਕਿਤੇ ਨਾ ਕਿਤੇ ਕੈਨੇਡਾ ਵਿੱਚ ਵੀ ਐਗਜ਼ਿਸਟ ਕਰਦਾ ਹੈ। ਉਹਦੇ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਪੁਲਿਸ ਦੀ ਫੰਡਿੰਗ ਘਟਾਉਣ, ਪੁਲਿਸ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਹੋਰ ਦੁਬਾਰਾ ਨਜ਼ਰਸਾਨੀ ਕਰਕੇ ਉਹਨਾਂ ਦੇ ਉੱਤੇ ਦੁਬਾਰਾ ਗੌਰ ਕਰਨ ਦੀਆਂ ਖਬਰਾਂ ਦੁਨੀਆ ਭਰ ਦੇ ਵਿੱਚੋਂ ਮਿਲੀਆਂ ਸਨ। ਪਰ ਪਹਿਲਾ ਮੁਕੱਦਮਾ ਚੱਲ ਰਿਹਾ ਹੈ, ਹਾਲੇ ਸਜ਼ਾਵਾਂ ਨਹੀਂ ਮਿਲੀਆਂ। ਉਸੇ ਹੀ ਸਥਾਨ ਦੇ ਉੱਤੇ ਲਗਭਗ 16 ਕਿਲੋਮੀਟਰ ਦੀ ਦੂਰੀ ਤੇ ਇੱਕ ਹੋਰ ਸਿਆਹ ਮੂਲ ਦੇ ਨੌਜਵਾਨ ਦੀ ਪੁਲਿਸ ਦੀ ਗੋਲੀ ਕਾਰਨ ਜਾਨ ਗਈ ਹੈ। ਅਗਲੀ ਖਬਰ ਸਾਡੇ ਆਪਣੇ ਮੁਲਕ ਕੈਨੇਡਾ ਵਾਲੇ ਪਾਸੋਂ ਮਿਲੀ ਹੈ। ਇੱਕ ਪੰਜਾਬੀ ਘਰ ਪੱਟਿਆ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਕੈਨੇਡਾ ਦੇ ਸੂਬੇ ਓਨਟੇਰੀਓ ਦੇ ਸ਼ਹਿਰ ਬਰੈਂਪਟਨ ਦੇ ਵਿੱਚ ਬੀਤੀ ਰਾਤ ਲਗਭਗ 9:30 ਵਜੇ ਬਰੈਂਪਟਨ ਦੀ ਮੇਨ ਸਟਰੀਟ ਅਤੇ ਬਾਰਟਲੀ ਬੁੱਲ ਪਾਰਕਵੇ ਅਤੇ ਮੇਨ ਸਟਰੀਟ ਦੇ ਉੱਤੇ ਇੱਕ ਸੜਕ ਦੁਰਘਟਨਾ ਵਾਪਰਦੀ ਹੈ। ਕਾਰ ਹਾਦਸੇ ਦੇ ਵਿੱਚ ਦੋ ਕਾਰਾਂ ਦੀ ਜਿੱਥੇ ਟੱਕਰ ਹੁੰਦੀ ਹੈ, ਇਸ ਟੱਕਰ ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਸ਼ਹਿਰ ਪੱਟੀ ਨਾਲ ਸੰਬੰਧਿਤ ਇੱਕ ਨੌਜਵਾਨ ਜਿਸ ਦਾ ਨਾਮ ਗੁਰਲਾਲ ਸਿੰਘ ਸੇਖੋਂ ਦੱਸਿਆ ਗਿਆ ਹੈ, ਗੰਭੀਰ ਜ਼ਖਮੀ ਹੋਇਆ। ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਪਹੁੰਚ ਨਾ ਸਕਿਆ। ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਪੀਲ ਪੁਲਿਸ ਮੁਤਾਬਕ ਸੜਕ ਹਾਦਸੇ ਦੇ ਵਿੱਚ 4 ਨੌਜਵਾਨ ਫੱਟੜ ਹੋਏ ਸਨ, ਪਰੰਤੂ ਗੁਰਲਾਲ ਸਿੰਘ ਸੇਖੋਂ ਜ਼ਿਆਦਾ ਜ਼ਖਮੀ ਸੀ ਅਤੇ ਬਾਕੀ ਦੇ 3 ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਹਨਾਂ ਨੂੰ ਸਿਰਫ ਮਾਮੂਲੀ ਸੱਟਾਂ ਲੱਗੀਆਂ। ਜਾਣਕਾਰੀ ਅਨੁਸਾਰ ਗੁਰਲਾਲ ਸਿੰਘ ਸੇਖੋਂ ਪੱਟੀ ਦੇ ਪ੍ਰਾਪਰਟੀ ਡੀਲਰ ਸੁਖਦੇਵ ਸਿੰਘ ਸੇਖੋਂ ਦਾ ਲੜਕਾ ਸੀ, ਜੋ ਕਿ ਲਗਭਗ 2.5 ਸਾਲ ਪਹਿਲਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਪਰਿਵਾਰ ਨਾਲ ਆ ਕੇ ਵਸਿਆ। ਸੁਖਦੇਵ ਸਿੰਘ ਹੋਰਾਂ ਨੇ ਦੱਸਿਆ ਕਿ ਰਾਤ ਨੂੰ ਹੀ ਉਸ ਦੀ ਆਪਣੇ ਲੜਕੇ ਨਾਲ ਗੱਲ ਵੀ ਹੋਈ, ਪਰ ਕੀ ਪਤਾ ਸੀ ਕਿ ਇਹ ਆਖਰੀ ਗੱਲ ਹੋ ਰਹੀ ਹੈ। ਇਹਦੇ ਤੋਂ ਬਾਅਦ ਅਗਲਾ ਫੋਨ ਜਿਹੜਾ ਆਵੇਗਾ ਆਪਣੇ ਨੌਜਵਾਨ ਪੁੱਤਰ ਦੀ ਮੌਤ ਦਾ ਫੋਨ ਆਵੇਗਾ। ਗੁਰਲਾਲ ਸਿੰਘ
ਆਪਣੀ ਪਤਨੀ ਨਵਜੋਤ ਕੌਰ ਅਤੇ ਲੜਕੇ ਨਾਲ ਬਰੈਂਪਟਨ ਵਿੱਚ ਰਹਿ ਰਿਹਾ ਸੀ, ਜਦ ਕਿ ਉਸ ਦੀ ਇੱਕ 8 ਵਰ੍ਹਿਆਂ ਦੀ ਧੀ 8 ਵਰ੍ਹਿਆਂ ਦੀ ਲੜਕੀ ਪੱਟੀ ਵਿੱਚ ਆਪਣੇ ਦਾਦਾ ਦਾਦੀ ਕੋਲ ਇਸ ਵਕਤ ਰਹਿ ਰਹੀ ਸੀ। ਪਰ ਇਸ ਪਰਿਵਾਰ ਦੀਆਂ ਖੁਸ਼ੀਆਂ ਗਮੀਆਂ ਵਿੱਚ ਬਦਲ ਗਈਆਂ ਨੇ। ਸੋ ਅਸੀਂ ਇਸ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਤੇ ਅਗਲੀ ਖਬਰ ਹਰਿਆਣਾ ਦੀ ਹੈ। ਪੰਜਾਬ ਦੇ ਵਿੱਚ ਨਾਈਟ ਕਰਫਿਊ ਪਹਿਲਾਂ 12 ਜ਼ਿਲ੍ਹਿਆਂ ਵਿੱਚ ਸੀ, ਪਰ ਬੀਤੇ ਹਫ਼ਤੇ ਤੋਂ ਇਹ ਪੂਰੇ ਸੂਬੇ ਭਰ ਦੇ ਵਿੱਚ ਕਰ ਦਿੱਤਾ ਗਿਆ ਸੀ ਕਿ ਕੋਵਿਡ ਦੀ ਸਥਿਤੀ ਵਿਗੜਦੀ ਜਾ ਰਹੀ ਹੈ, ਹੱਥੋਂ ਬਾਹਰ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਖਬਰ ਹੁਣ ਪੰਜਾਬ ਦੇ ਗਵਾਂਢੀ ਸੂਬੇ ਹਰਿਆਣਾ ਤੋਂ ਮਿਲੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ, ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹੈ। ਹਰਿਆਣਾ ਵਿੱਚ ਵੀ ਕਰੋਨਾ ਦੇ ਲਗਾਤਾਰ ਕੇਸ ਵਧ ਰਹੇ ਨੇ, ਜਿਸ ਦੇ ਕਾਰਨ ਉੱਥੋਂ ਦੇ ਮੁੱਖ ਮੰਤਰੀ ਨੇ ਇਹ ਫੈਸਲਾ ਕੀਤਾ ਹੈ। ਇਹ ਨਾਈਟ ਕਰਫਿਊ ਅੱਧੀ ਰਾਤ ਤੋਂ ਲਾਗੂ ਹੋ ਚੁੱਕਿਆ ਹੈ ਅਤੇ ਹੁਕਮ ਜਾਰੀ ਆਲਰੇਡੀ ਕਰ ਦਿੱਤੇ ਗਏ ਹੈ। ਇਹ ਨਾਈਟ ਕਰਫਿਊ 9 ਵਜੇ ਰਾਤ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਰਿਹਾ ਕਰੇਗਾ। ਦੱਸਣਾ ਬਣਦਾ ਹੈ ਕਿ ਹਰਿਆਣਾ ਵਿੱਚ ਕਰੋਨਾ ਦੇ ਕੇਸਾਂ ਦੇ ਕਾਰਨ 8ਵੀਂ ਤੱਕ ਦੇ ਬੱਚਿਆਂ ਨੂੰ 30 ਅਪ੍ਰੈਲ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਗ੍ਰਹਿ ਸਿਹਤ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਵਧੀਕ ਮੁੱਖ ਸਕੱਤਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹੈ ਕਿ ਹਰਿਆਣਾ ਵਿੱਚ ਮਾਸਕ ਪਹਿਨਣ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ। ਇਹ ਇਕੱਲੇ ਹਰਿਆਣਾ, ਪੰਜਾਬ ਜਾਂ ਇੰਡੀਆ ਵਿੱਚ ਨਹੀਂ, ਲਗਭਗ ਸਮੁੱਚੀ ਦੁਨੀਆ ਵਿੱਚ ਕਿਤੇ ਤੀਸਰੀ, ਕਿਤੇ ਦੂਸਰੀ ਅਤੇ ਕਈ ਮੁਲਕਾਂ ਦੇ ਵਿੱਚ ਚੌਥੀ ਲਹਿਰ ਵੀ ਆ ਗਈ ਹੈ। ਸਾਵਧਾਨੀਆਂ ਵਰਤੋ। ਕੁਝ ਇੱਕ ਖਬਰਾਂ ਇਸ ਤਰ੍ਹਾਂ ਦੀਆਂ ਵੀ ਆ ਰਹੀਆਂ ਨੇ ਕਿ ਹਸਪਤਾਲ ਦੇ ਵਿੱਚ ਉਹ ਆਪਣੇ ਪਿਤਾ ਜੀ ਨੂੰ ਵੈਸੇ ਚੈੱਕਅਪ ਵਾਸਤੇ ਲੈ ਕੇ ਗਏ, ਪਰ ਕੁਝ ਘੰਟਿਆਂ ਤੋਂ ਬਾਅਦ ਹੀ ਉਹਨਾਂ ਨੇ ਇਹ ਖਬਰ ਦੇ ਦਿੱਤੀ ਕਿ ਤੁਹਾਡੇ ਬਜ਼ੁਰਗ ਇਸ ਦੁਨੀਆ ਤੇ ਨਹੀਂ। ਕੁਝ ਇੱਕ ਧੱਕੇਸ਼ਾਹੀ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ, ਕੁਝ ਇੱਕ ਸਿਹਤ ਵਿਭਾਗ ਦੀਆਂ ਅਣਗਹਿਲੀ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ। ਪਰ ਅਸੀਂ ਡਾਕਟਰਾਂ ਦੇ ਵੱਸ ਨਾ ਪਈਏ, ਅਸੀਂ ਕਰੋਨਾ ਤੋਂ ਦੂਰ ਰਹੀਏ, ਇਹਦੇ ਵਾਸਤੇ ਸਾਨੂੰ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਅਗਲੀ ਖਬਰ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਖਬਰ ਹੈ, ਕਿਉਂਕਿ ਤੁਹਾਨੂੰ ਪਤਾ ਹੋਣਾ ਹੈ ਕਿ 22 ਜਨਵਰੀ ਤੋਂ ਬਾਅਦ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ। ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂ ਨੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਕਿ ਅਸੀਂ ਕੇਂਦਰ ਦੇ ਨਾਲ ਗੱਲਬਾਤ ਵਾਸਤੇ ਤਿਆਰ ਹਾਂ, ਗੱਲਬਾਤ ਕਰਾਂਗੇ, ਪਰ ਸ਼ਰਤਾਂ ਤੇ ਗੱਲਬਾਤ ਨਹੀਂ ਹੋਣੀ। ਗੱਲਬਾਤ ਵੀ ਕਹਿੰਦੇ ਉੱਥੋਂ ਹੀ ਸ਼ੁਰੂ ਕਰਾਂਗੇ ਜਿੱਥੇ ਗੱਲਬਾਤ ਟੁੱਟੀ ਸੀ, ਜਿੱਥੇ ਖਤਮ ਹੋਈ ਸੀ। ਦੱਸਣਾ ਬਣਦਾ ਹੈ ਕਿ ਬਲਵੀਰ ਸਿੰਘ ਰਾਜੇਵਾਲ ਦਰਅਸਲ ਕੇਂਦਰੀ ਮੰਤਰੀ ਨੇ ਸੋਮ ਪ੍ਰਕਾਸ਼ ਉਹਨਾਂ ਦੇ ਬਿਆਨ ਤੇ ਪ੍ਰਤੀਕਿਰਿਆ ਦੇ ਰਹੇ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਸਾਨਾਂ ਨਾਲ ਮੁੜ ਗੱਲਬਾਤ ਛੇਤੀ ਸ਼ੁਰੂ ਹੋਣ ਦੇ ਸੰਕੇਤ ਦਿੱਤੇ ਸੀ। ਇਸੇ ਤਰ੍ਹਾਂ ਹਰਜੀਤ ਗਰੇਵਾਲ ਨੇ ਵੀ ਆਖਿਆ ਸੀ ਕਿ ਕੁਝ ਕਿਸਾਨ ਆਗੂ ਕੇਂਦਰ ਦੇ ਸੰਪਰਕ ਵਿੱਚ ਨੇ ਤੇ ਉਹਨਾਂ ਵੱਲੋਂ ਨਵੀਂ ਪ੍ਰਪੋਜ਼ਲ ਭੇਜਣ ਦਾ ਦਾਅਵਾ ਵੀ ਕੀਤਾ ਗਿਆ ਸੀ। ਇਸੇ ਤਰ੍ਹਾਂ ਕੇਂਦਰੀ ਮੰਤਰੀ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਉਹਨਾਂ ਵੱਲੋਂ ਵੀ ਬੀਤੇ ਦਿਨੀ ਗੱਲਬਾਤ ਦਾ ਸੱਦਾ ਦੇਣ ਦੀ ਗੱਲ ਤਾਂ ਸਾਹਮਣੇ ਆਈ ਸੀ, ਪਰ ਨਾਲ ਸ਼ਰਤ ਰੱਖ ਦਿੱਤੀ ਗਈ ਸੀ ਕਿ ਜੇਕਰ ਕਿਸਾਨ ਆਗੂ ਅੰਦੋਲਨ ਖਤਮ ਕਰਨਗੇ ਫਿਰ ਗੱਲਬਾਤ ਹੋਏਗੀ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੰਦੋਲਨ ਤਾਂ ਮੰਗਾਂ ਮੰਨੇ ਬਗੈਰ ਸਮਾਪਤ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਕਹਿੰਦੇ ਮੰਗਾਂ ਵੀ ਉਹੀ ਨੇ, ਕਾਨੂੰਨ ਵੀ ਉਹੀ ਹੈ, ਇਸ ਕਰਕੇ ਮੰਗਾਂ ਜਿਹੜੀਆਂ ਪਹਿਲਾਂ ਸੀ ਅੱਜ ਉਹ ਉਸੇ ਤਰ੍ਹਾਂ ਕਾਇਮ ਹਨ। ਉਹ ਕਹਿੰਦੇ ਜਿੰਨੀ ਦੇਰ ਤੱਕ ਕਾਨੂੰਨ ਰੱਦ ਨਹੀਂ ਹੁੰਦਾ, MSP ਲਈ ਕਾਨੂੰਨ ਨਹੀਂ ਬਣਦਾ, ਉਨੀ ਦੇਰ ਤੱਕ ਅਸੀਂ ਗੱਲਬਾਤ ਨਹੀਂ ਕਰਾਂਗੇ। ਉਹ ਕਹਿੰਦੇ ਗੱਲਬਾਤ ਤੋਂ ਕਦੇ ਕਿਸਾਨ ਆਗੂ ਭੱਜੇ ਨਹੀਂ, ਕਦੇ ਵੀ ਨਹੀਂ ਭੱਜੇ। ਉਹ ਕਹਿੰਦੇ ਹੁਣ ਵੀ ਜਦੋਂ ਸਾਨੂੰ ਸੱਦਾ ਆਏਗਾ ਗੱਲਬਾਤ ਵਾਸਤੇ ਜ਼ਰੂਰ ਜਾਵਾਂਗੇ। ਉਹਨਾਂ ਕਿਹਾ ਕਿ ਕੇਂਦਰ ਨੂੰ ਅੰਦੋਲਨ ਖਤਮ ਕਰਨ ਦਾ ਪ੍ਰਪੋਜ਼ਲ ਭੇਜਣ ਵਰਗੀਆਂ ਸ਼ਰਤਾਂ ਨਹੀਂ ਲਾਉਣੀਆਂ ਚਾਹੀਦੀਆਂ ਅਤੇ ਗੱਲਬਾਤ ਲਈ ਬਗੈਰ ਸ਼ਰਤ ਸੱਦਾ ਭੇਜਣਾ ਚਾਹੀਦਾ ਹੈ ਤੇ ਅਸੀਂ ਗੱਲਬਾਤ ਵਾਸਤੇ ਪਹਿਲਾਂ ਵੀ ਤਿਆਰ ਸੀ, ਅੱਜ ਵੀ ਤਿਆਰ ਹਾਂ ਤੇ ਕੱਲ੍ਹ ਵੀ ਤਿਆਰ ਹੋਵਾਂਗੇ। ਪਰ ਜੇਕਰ ਕੋਈ ਸ਼ਰਤ ਲਾ ਕੇ ਸੱਦਾ ਭੇਜਿਆ ਜਾਂਦਾ ਹੈ, ਸ਼ਰਤਾਂ ਮਨਜ਼ੂਰ ਨਹੀਂ ਹੋਣੀਆਂ। ਤੇ ਕਹਿੰਦੇ ਮੰਗਾਂ ਵੀ ਉਹੀ, ਅੰਦੋਲਨ ਵੀ ਉਹੀ ਤੇ ਗੱਲਬਾਤ ਸ਼ੁਰੂ ਵੀ ਉੱਥੋਂ ਹੀ ਕਰਾਂਗੇ ਜਿੱਥੋਂ ਸਰਕਾਰ ਨੇ ਤੋੜੀ ਸੀ, ਪਰ ਸ਼ਰਤ ਨਹੀਂ ਕੋਈ ਮੰਨੀ ਜਾਏਗੀ। ਤੇ ਅਗਲੀ ਖਬਰ ਵੀ ਲਗਭਗ ਇਸ ਅੰਦੋਲਨ ਦੇ ਨਾਲ ਜੁੜੀ ਹੋਈ ਹੈ। 26 ਜਨਵਰੀ ਨੂੰ ਘਟਨਾ ਵਾਪਰੀ ਸੀ। ਕੁਝ ਨੌਜਵਾਨ ਦਿੱਲੀ ਦੇ ਲਾਲ ਕਿਲੇ ਤੇ ਗਏ ਸੀ। ਉਹਦੇ ਤੋਂ ਬਾਅਦ ਉਸ ਹਿੰਸਾ ਦੇ ਨਾਲ ਜੋੜ ਕੇ ਕਈ ਨੌਜਵਾਨਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ। ਲਗਭਗ 160 ਨੌਜਵਾਨ ਜਿਹੜੇ ਚੁੱਕ ਲਏ ਗਏ ਸਨ, ਜਿਨ੍ਹਾਂ ਵਿੱਚੋਂ ਹਾਲੇ ਕਈ ਦੀਆਂ ਜ਼ਮਾਨਤਾਂ ਹੋਈਆਂ ਨਹੀਂ। ਉਹਦੇ ਵਿੱਚੋਂ ਹੀ ਵਾਂਟਡ ਭਾਵ ਲੱਖਾ ਸਿਧਾਣਾ, ਜਿਨ੍ਹਾਂ ਨੂੰ ਦਿੱਲੀ ਪੁਲਿਸ ਕਹਿੰਦੀ ਸੀ ਲੱਭਦੀ ਹੈ,
ਕਥਿਤ ਉਹਨਾਂ ਦੇ ਉੱਤੇ ਦੋਸ਼ ਲਾਏ ਸੀ ਕਿ ਉਹ ਇਹਦੇ ਵਿੱਚ ਇਨਵੋਲਡ ਨੇ। ਪਰ ਲੱਖਾ ਸਿਧਾਣਾ ਨੂੰ ਅੱਜ ਤੱਕ ਦਿੱਲੀ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ। ਲੱਖਾ ਸਿਧਾਣਾ ਦੇ ਭਰਾ ਮੁੰਡੀ ਸਿਧਾਣਾ ਨੂੰ ਬੀਤੇ ਦਿਨੀ ਪਟਿਆਲਾ ਤੋਂ ਚੁੱਕ ਲਿਆ ਸੀ। ਦਿੱਲੀ ਪੁਲਿਸ ਵੱਲੋਂ ਤਸ਼ੱਦਦ ਕੀਤੇ ਜਾਣ ਦਾ ਮਾਮਲਾ ਸੁਰਖੀਆਂ ਵਿੱਚ ਆਇਆ ਸੀ। ਉਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਤੇ ਦੁਨੀਆ ਭਰ ਦੇ ਵਿੱਚੋਂ ਚਾਰ ਚਫੇਰਿਓਂ ਇਹਦੀ ਨਿੰਦਿਆ ਹੋਈ। ਵੱਖੋ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ, ਸਮਾਜਿਕ ਜਥੇਬੰਦੀਆਂ ਵੱਲੋਂ, ਮੀਡੀਆ ਦੇ ਵੱਲੋਂ ਇਸ ਮਸਲੇ ਦੇ ਉੱਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਇਸ ਨੂੰ ਦਿੱਲੀ ਪੁਲਿਸ ਦੀ ਪੰਜਾਬ ਦੇ ਵਿੱਚ ਵੜ ਕੇ ਕੀਤੀ ਗਈ ਗੈਰ ਕਾਨੂੰਨੀ ਕਾਰਵਾਈ ਤੇ ਗੁੰਡਾਗਰਦੀ ਦੱਸਿਆ ਜਾ ਰਿਹਾ ਸੀ ਅਤੇ ਇਸ ਖਿਲਾਫ FIR ਦਰਜ ਕਰਨ ਦੀ ਮੰਗ ਵੀ ਲਗਾਤਾਰ ਉੱਠ ਰਹੀ ਹੈ। ਕਿਸਾਨ ਮੋਰਚੇ ਦੇ ਆਗੂ ਵੀ ਇਸ ਮਾਮਲੇ ਦੇ ਉੱਤੇ ਸਖਤ ਟਿੱਪਣੀਆਂ ਤੇ ਸਖਤ ਸਟੈਂਡ ਦੀ ਗੱਲਬਾਤ ਕਰ ਰਹੇ ਸੀ, ਜਦੋਂ ਕਿ ਦੂਸਰੇ ਪਾਸੇ ਦਿੱਲੀ ਦੇ ਸਪੈਸ਼ਲ ਸੈੱਲ ਨੇ ਜਿੱਥੇ ਇਹ ਤਾਂ ਗੱਲ ਮੰਨ ਲਈ ਹੈ ਕਿ ਉਹਨਾਂ ਨੇ ਮੁੰਡੀ ਸਿਧਾਣਾ ਨੂੰ ਪੁੱਛਗਿੱਛ ਵਾਸਤੇ ਹਿਰਾਸਤ ਵਿੱਚ ਲਿਆ ਸੀ, ਪਰ ਕੁੱਟਮਾਰ ਦੇ ਦੋਸ਼ਾਂ ਤੋਂ ਸਾਫ਼-ਸਾਫ਼ ਮੁੱਕਰ ਗਏ ਹੈ। ਇੱਕ ਟਵੀਟ ਦੇ ਰਾਹੀਂ ਦਿੱਲੀ ਪੁਲਿਸ ਨੇ ਸਫਾਈ ਦਿੱਤੀ ਹੈ ਕਿ ਲੱਖਾ ਸਿਧਾਣਾ ਦੇ ਮਾਮਲੇ ਵਿੱਚ ਸਿਰਫ ਪੁੱਛਗਿੱਛ ਲਈ ਪੜਤਾਲ ਵਾਸਤੇ ਮੁੰਡੀ ਨੂੰ ਅਸੀਂ ਗ੍ਰਿਫਤਾਰ ਕੀਤਾ ਸੀ। ਭਵਿੱਖ ਦੇ ਵਿੱਚ ਬੁਲਾਉਣ ਤੇ ਹਾਜ਼ਰ ਹੋਣ ਦੀ ਸ਼ਰਤ ਤੇ ਅਸੀਂ ਉਸ ਨੂੰ ਰਿਹਾ ਵੀ ਕਰ ਦਿੱਤਾ, ਛੱਡ ਵੀ ਦਿੱਤਾ। ਦਿੱਲੀ ਪੁਲਿਸ ਨੇ ਕਿਹਾ ਕਿ ਮੁੰਡੀ ਸਿਧਾਣਾ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਕੁੱਟਮਾਰ ਨਹੀਂ ਕੀਤੀ ਗਈ। ਜੋ ਕੁਝ ਕੀਤਾ ਗਿਆ ਉਹ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਗਈ ਹੈ। ਪਰ ਪੰਜਾਬ ਸਰਕਾਰ ਨੇ ਲੋਕਾਂ ਦੇ ਰੋਹ ਨੂੰ ਦੇਖਦਿਆਂ, ਲੋਕਾਂ ਦੇ ਰੋਸ ਨੂੰ ਦੇਖਦਿਆਂ ਮੁੰਡੀ ਸਿਧਾਣਾ ਤੇ ਹੋਈ ਦਿੱਲੀ ਪੁਲਿਸ ਦੀ ਇਸ ਕਾਰਵਾਈ ਦੀ ਜਾਂਚ ਆਰੰਭ ਕਰ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਇਸ ਵਿੱਚ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਤੇ ਹਦਾਇਤਾਂ ਤੋਂ ਬਾਅਦ ਬਠਿੰਡਾ ਜ਼ੋਨ ਦੇ IG ਪੱਧਰ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਸੰਬੰਧੀ ਤੱਥ ਇਕੱਠੇ ਕੀਤੇ ਜਾ ਰਹੇ ਹੈ ਅਤੇ ਇਸ ਵਾਸਤੇ ਜੇਕਰ ਪੰਜਾਬ ਪੁਲਿਸ ਦੀ ਜਾਂਚ ਤੋਂ ਬਾਅਦ ਕੋਈ ਤੱਥ, ਕੋਈ ਸਬੂਤ ਸਾਹਮਣੇ ਆਉਂਦੇ ਆ ਤੇ ਫਿਰ FIR ਦਰਜ ਕੀਤੀ ਜਾਏਗੀ। ਜੇ ਹੁਣ ਪੰਜਾਬ ਪੁਲਿਸ FIR ਦਰਜ ਕਰਦੀ ਹੈ ਤਾਂ ਦਿੱਲੀ ਪੁਲਿਸ ਦੀਆਂ ਪੰਜਾਬ ਦੇ ਵਿੱਚ ਮੁਸ਼ਕਲਾਂ ਵੱਧ ਸਕਦੀਆਂ ਨੇ, ਜਿਹੜੀ ਦਿੱਲੀ ਪੁਲਿਸ ਦੀ ਟੀਮ ਪੰਜਾਬ ਦੇ ਵਿੱਚ ਆਈ ਸੀ। ਪਰ ਜੇ ਦਿੱਲੀ ਪੁਲਿਸ ਕਹਿੰਦੀ ਹੈ ਅਸੀਂ ਸਿਰਫ ਗ੍ਰਿਫਤਾਰ ਕੀਤਾ, ਪੁੱਛਗਿੱਛ ਕੀਤੀ ਹੈ, ਕੁੱਟਿਆ ਨਹੀਂ, ਮਾਰਿਆ ਨਹੀਂ, ਤਸ਼ੱਦਦ ਨਹੀਂ ਕੀਤਾ, ਫਿਰ ਇਸ ਸਮੇਂ ਮੁੰਡੀ ਸਿਧਾਣਾ ਤਾਂ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ। ਉਹਦੇ ਸਰੀਰ ਤੇ ਪਈਆਂ ਲਾਸ਼ਾਂ ਤੇ ਸੱਟਾਂ ਦੱਸ ਰਹੀਆਂ ਨੇ ਕਿ ਉਹਦੇ ਨਾਲ ਤਸ਼ੱਦਦ ਹੋਇਆ ਹੈ। ਉਹਦੀਆਂ ਸੱਟਾਂ ਦੀ ਮੈਡੀਕਲ ਜਾਂਚ ਵੀ ਹੋ ਚੁੱਕੀ ਹੈ, ਜੋ ਦਿੱਲੀ ਪੁਲਿਸ ਦੇ ਵਿਰੁੱਧ ਤਸ਼ੱਦਦ ਦਾ ਅਹਿਮ ਸਬੂਤ ਬਣਦਾ ਹੈ। ਹੁਣ ਦੇਖਣਾ ਹੋਏਗਾ ਕਿ ਪੰਜਾਬ ਪੁਲਿਸ ਦਿੱਲੀ ਪੁਲਿਸ ਦੇ ਖਿਲਾਫ ਜਿਹੜੀ ਇਹ ਜਾਂਚ ਆਰੰਭ ਕਰ ਚੁੱਕੀ ਹੈ, ਪੰਜਾਬ ਸਰਕਾਰ ਦੇ ਕਹੇ ਤੋਂ ਆਰੰਭ ਕਰ ਚੁੱਕੀ ਹੈ, ਕਿਉਂਕਿ ਇਹਦੇ ਵਿੱਚ ਅਕਾਲੀ ਦਲ ਨੇ ਵੀ, ਆਮ ਆਦਮੀ ਪਾਰਟੀ ਨੇ ਵੀ, ਬਾਕੀ ਸਿਆਸੀ ਤੇ ਗੈਰ ਸਿਆਸੀ ਜਥੇਬੰਦੀਆਂ ਨੇ ਵੀ, ਸਮਾਜਿਕ ਜਥੇਬੰਦੀਆਂ ਨੇ ਵੀ, ਸੰਯੁਕਤ ਕਿਸਾਨ ਮੋਰਚਾ ਨੇ ਵੀ, ਲੱਖਾ ਸਿਧਾਣਾ ਨੇ ਵੀ ਆਖਿਆ ਸੀ ਕਿ ਇਹ ਤਸ਼ੱਦਦ, ਇਹ ਗੈਰ ਕਾਨੂੰਨੀ ਕਾਰਵਾਈ ਦੇ ਖਿਲਾਫ ਅਸੀਂ ਡਟ ਕੇ ਖੜਾਂਗੇ। ਵੇਖਦੇ ਹਾਂ ਕਿ ਪੰਜਾਬ ਪੁਲਿਸ ਨੇ ਕਾਰਵਾਈ ਤਾਂ ਆਰੰਭ ਦਿੱਤੀ ਹੈ, ਪੰਜਾਬ ਸਰਕਾਰ ਦੇ ਕਹੇ ਤੋਂ ਆਰੰਭੀ ਹੈ, ਕਿ ਇਸ ਜਾਂਚ ਪੜਤਾਲ ਦੇ ਵਿੱਚੋਂ ਕੁਝ ਨਿਕਲਦਾ, ਕਿੰਨੀ ਕੁ ਲੰਬੀ ਜਾਂਚ ਪੜਤਾਲ ਚੱਲਦੀ ਹੈ। ਤੇ ਅਗਲੀ ਖਬਰ ਹੈ ਜਿਹੜੀ ਉਹ ਪੰਜਾਬ ਦੀ ਖਬਰ ਹੈ, ਬਹੁਤੀ ਵਧੀਆ ਖਬਰ ਨਹੀਂ। ਲਗਭਗ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਦਿਨ ਆਉਂਦਾ ਹੋਣਾ ਜਦੋਂ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਮਿਲਦੀ ਕਿ ਨਸ਼ੇ ਦੀ ਓਵਰਡੋਜ਼ ਹੋਣ ਦੇ ਕਾਰਨ ਕੋਈ ਨਸ਼ੇੜੀ ਮੌਤ ਦੇ ਮੂੰਹ ਵਿੱਚ ਚਲਾ ਗਿਆ, ਕਿਸੇ ਦੇ ਘਰ ਵਿੱਚ ਸੱਥਰ ਵਿਛ ਗਿਆ, ਕਿਸੇ ਜਵਾਨ ਪੁੱਤ ਦੀ ਅਰਥੀ ਬਾਪ ਦੇ ਮੋਢਿਆਂ ਤੇ ਜਾ ਰਹੀ ਹੋਵੇ, ਕਿਸੇ ਭੈਣ ਨੂੰ ਆਸ ਟੁੱਟ ਗਈ ਹੋਵੇ ਕਿ ਹੁਣ ਰੱਖੜੀ ਅਗਲੇ ਵਰੇ ਕਿਹਦੇ ਬੰਨਣੀ ਹੈ, ਕਿਸੇ ਸੁਹਾਗਣ ਦਾ ਸੁਹਾਗ ਉਜੜ ਜਾਂਦਾ ਹੈ, ਸਿਰ ਤੇ ਚਿੱਟੀ ਚੁੰਨੀ ਆ ਜਾਂਦੀ ਹੈ। ਅੱਜ ਦੋ ਨੌਜਵਾਨਾਂ ਦੀ ਵੀਡੀਓ ਮਿਲੀ ਹੈ, ਰਸਤੇ ਵਿੱਚ ਜਾ ਰਹੇ ਨੇ, ਮੋਟਰਸਾਈਕਲ ਖੜਾ ਕੀਤਾ ਹੈ, ਇੱਕ ਪਾਸੇ ਡਿੱਗੇ ਪਏ ਹੈ, ਉਹਨਾਂ ਦੀਆਂ ਬਾਹਾਂ ਦੇ ਵਿੱਚ ਸਰਿੰਜਾਂ ਲੱਗੀਆਂ ਨਜ਼ਰ ਆਉਂਦੀਆਂ ਨੇ, ਪਤਾ ਨਹੀਂ ਬਚਣਗੇ ਜਾਂ ਨਹੀਂ, ਮੂੰਹ ਚੋਂ ਝੱਗ ਨਿਕਲ ਰਹੀ ਹੈ, ਓਵਰਡੋਜ਼ ਹੋਏ ਨੇ, ਬੇਹੋਸ਼ੀ ਦੀ ਹਾਲਤ ਵਿੱਚ ਨੇ, ਨਾੜਾਂ ਦੇ ਵਿੱਚ ਸਰਿੰਜਾਂ ਨੇ। ਤੇ ਉੱਥੇ ਹੀ ਇੱਕ ਅਜੀਬ ਮਾਮਲਾ ਹੋਰ ਆ ਗਿਆ। ਅੱਜ ਤੱਕ ਆਪਾਂ ਵੇਖਿਆ ਕਿ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਲੱਤ ਦੇ ਵਿੱਚ, ਇਹਦੇ ਵਿੱਚ ਗਰਕ ਚੁੱਕੇ ਆ, ਧਸ ਚੁੱਕੇ ਆ, ਪਰ ਘਰ ਵਾਲੀਆਂ ਉਹਨਾਂ ਦੀਆਂ ਸਦਾ ਹਟਾਉਂਦੀਆਂ ਰਹਿੰਦੀਆਂ ਨੇ। ਪਰ ਆਹ ਬਠਿੰਡੇ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤੀ ਪਤਨੀ ਦੋਵੇਂ ਓਵਰਡੋਜ਼। ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਕਿਸ ਕਦਰ ਹਾਵੀ ਹੈ, ਇਹ ਤਾਜ਼ਾ ਜਿਹੜੀ ਮੈਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ, ਮੈਨੂੰ ਲੱਗਦਾ ਇਹਦੇ ਤੋਂ ਜੇਕਰ ਕੋਈ ਹਾਲੇ ਵੀ ਮੁੱਕਰੀ ਜਾਂਦਾ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ, ਫਿਰ ਤੇ ਅਸੀਂ ਅੱਖਾਂ ਤੇ ਪੱਟੀ ਬੰਨ੍ਹ ਲਈ ਹੈ, ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਲਿਆ ਤੇ ਜ਼ੁਬਾਨ ਤੇ ਜ਼ਿੰਦਰਾ ਮਾਰ ਲਿਆ। ਆਹ ਰੋਜ਼ ਦੀਆਂ ਖਬਰਾਂ ਨੇ। ਆਹ ਤਾਜ਼ਾ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਬਠਿੰਡਾ ਦੇ ਪ੍ਰਤਾਪ ਨਗਰ ਦੀ ਹੈ,
ਜਿੱਥੇ ਨਸ਼ੇ ਦੀ ਓਵਰਡੋਜ਼ ਲੈਣ ਦੇ ਕਾਰਨ ਪਤੀ ਪਤਨੀ ਦੋਵੇਂ ਹੀ ਹਾਲਤ ਉਹਨਾਂ ਦੀ ਗੰਭੀਰ, ਜਿਨ੍ਹਾਂ ਨੂੰ ਉੱਥੋਂ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ। ਇਸ ਸੰਬੰਧੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਵਿੱਚ ਸੋਮਵਾਰ ਦੀ ਸਵੇਰ ਪ੍ਰਤਾਪ ਨਗਰ ਗਲੀ ਦੇ ਨੰਬਰ 30 ਦੇ ਵਿੱਚ ਨਸ਼ੇ ਦੀ ਓਵਰਡੋਜ਼ ਦਾ ਪਤਾ ਲੱਗਿਆ। ਪਤੀ ਪਤਨੀ ਦੀ ਹਾਲਤ ਵਿਗੜੀ ਮਿਲੀ। ਸੂਚਨਾ ਮਿਲਣ ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਮਨੀ ਸ਼ਰਮਾ ਮੌਕੇ ਤੇ ਪਹੁੰਚੇ। ਦੋਵਾਂ ਨੂੰ, ਪਤੀ ਪਤਨੀ ਨੂੰ ਗੰਭੀਰ ਹਾਲਤ ਦੇ ਵਿੱਚ ਉਹ ਹਸਪਤਾਲ ਲੈ ਕੇ ਗਏ। ਸਰਕਾਰੀ ਹਸਪਤਾਲ ਵਿੱਚ ਉਹਨਾਂ ਨੂੰ ਭਰਤੀ ਕਰਵਾ ਦਿੱਤਾ, ਜਿੱਥੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਲੜਕੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪਤਾ ਲੱਗਿਆ ਕਿ ਦੋਵੇਂ ਪਤੀ ਪਤਨੀ ਨੇ। ਪਹਿਚਾਣ ਹੋਈ ਹੈ ਕਿ 32 ਕੁ ਵਰ੍ਹਿਆਂ ਦਾ ਇਹ ਮੁੰਡਾ ਗੁਰੀ ਹੈ ਅਤੇ ਉਹਦੀ ਘਰਵਾਲੀ ਦਾ ਨਾਮ ਅੰਜਲੀ ਹੈ। ਡਾਕਟਰ ਨੇ ਦੱਸਿਆ ਕਿ ਦੋਵਾਂ ਵੱਲੋਂ ਨਸ਼ਾ ਕੀਤਾ ਹੋਇਆ, ਦੋਵਾਂ ਦੀ ਓਵਰਡੋਜ਼ ਹੋਣ ਦੇ ਕਾਰਨ ਆਹ ਸਥਿਤੀ ਬਣੀ ਹੈ। ਹੁਣ ਤੁਸੀਂ ਦੱਸੋ ਕਿ ਇਸ ਘਰ ਨੂੰ ਕਿਵੇਂ ਤੇ ਕੌਣ ਕੋਈ ਬਚਾ ਲੂਗਾ। ਪਤੀ ਵੀ ਪਤਨੀ ਵੀ ਦੋਵੇਂ ਨਸ਼ੇ ਦੇ ਵਿੱਚ ਗਰਕ ਚੁੱਕੇ ਨੇ, ਧਸ ਚੁੱਕੇ ਨੇ। ਇੱਕ ਪਾਸੇ ਕਹਿੰਦੇ ਆ ਕਿ ਉੜਤਾ ਪੰਜਾਬ ਗਲਤ ਸੀ, ਹੁਣ ਜ਼ਿੰਦਾਬਾਦ ਹੋ ਗਿਆ। ਜ਼ਿੰਦਾਬਾਦ ਹੋਣ ਦੇ ਵਿੱਚ ਸਮਾਂ ਲੱਗੂ, ਪਰ ਕੋਸ਼ਿਸ਼ਾਂ ਨਹੀਂ ਛੱਡਣੀਆਂ ਚਾਹੀਦੀਆਂ। ਰੋਕੋ, ਜਿੱਥੇ ਤੱਕ ਰੋਕਿਆ ਜਾ ਸਕਦਾ। ਵੱਧ ਤੋਂ ਵੱਧ ਤੁਹਾਡੇ ਕੋਈ ਗਲ ਪਊਗਾ, ਵੱਧ ਤੋਂ ਵੱਧ ਹੋ ਸਕਦਾ ਤੁਹਾਡੇ ਨਾਲ ਗੁੱਸਾ ਕਰ ਜਾਊਗਾ, ਪਰ ਕਿਸੇ ਦੀ ਜਾਨ ਤਾਂ ਬਚਾ ਲਓਗੇ। ਜਿੰਨੇ ਵੀ ਸਿਰ ਤੋੜ ਯਤਨ ਕੀਤੇ ਜਾ ਸਕਦੇ ਨੇ, ਭਾਵੇਂ ਉਹ ਸਮਾਜਿਕ ਜਥੇਬੰਦੀਆਂ ਨੇ, ਭਾਵੇਂ ਸਰਕਾਰਾਂ ਨੇ, ਭਾਵੇਂ ਪੁਲਿਸ ਹੈ, ਭਾਵੇਂ ਪ੍ਰਸ਼ਾਸਨ ਹੈ, ਭਾਵੇਂ ਘਰ ਦੇ ਨੇ, ਭਾਵੇਂ ਰਿਸ਼ਤੇਦਾਰ ਹੈ, ਹੰਬੜਾ ਮਾਰੋ, ਕਿਸੇ ਨੂੰ ਕਿਸੇ ਦੀ ਜਾਨ ਬਚਾਈਏ। ਤੇ ਅਗਲੀ ਖਬਰ ਹੈ, ਅੱਜ ਦੀ ਵੱਡੀ ਖਬਰ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਹੈ। ਕੇਸ ਦਰਜ ਹੋ ਗਿਆ, FIR ਦਰਜ ਹੋ ਗਈ ਹੈ। ਮਾਮਲਾ ਕੀ ਹੈ? ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕਿਹਾ ਕਿ ਦੀਦੀਓ ਦੀਦੀ, ਦੀਦੀਓ ਦੀਦੀ ਕਹਿਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕੋਲਕਾਤਾ ਦੇ ਇੱਕ ਥਾਣੇ ਦੇ ਵਿੱਚ ਬੰਗਾਲ ਸਿਟੀਜ਼ਨ ਫੋਰਮ ਨਾਂ ਦੀ ਸੰਸਥਾ ਨੇ FIR ਦਰਜ ਕਰਵਾ ਦਿੱਤੀ ਹੈ। ਦੱਸਣਾ ਬਣਦਾ ਕਿ ਪ੍ਰਧਾਨ ਮੰਤਰੀ ਮੋਦੀ ਇਹਨਾਂ ਦਿਨਾਂ ਦੇ ਵਿੱਚ ਬੰਗਾਲ ਦੇ ਵਿੱਚ ਬਹੁਤ ਜ਼ਿਆਦਾ ਰੈਲੀਆਂ ਕਰ ਰਹੇ ਹੈ। ਬੰਗਾਲ ਦੀ ਮੁੱਖ ਮੰਤਰੀ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੂੰ ਦੀਦੀਓ ਦੀਦੀ ਕਹਿ ਕੇ ਸੰਬੋਧਨ ਕਰ ਰਹੀ ਹੈ। ਬੰਗਾਲ ਸਿਟੀਜ਼ਨਜ਼ ਫੋਰਮ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਤਰ੍ਹਾਂ ਸੰਬੋਧਨ ਨਾਲ ਮੁਸਟੰਡੇ ਉਕਸਾਵੇ ਵਿੱਚ ਆਉਂਦੇ ਆ, ਲੜਕੀਆਂ ਨੂੰ ਛੇੜਦੇ ਆ, ਤੰਗ ਕਰਦੇ ਆ ਤੇ ਇਸ ਤਰ੍ਹਾਂ ਦੇ ਸ਼ਬਦਾਂ ਦਾ ਉਹ ਪ੍ਰਗਟਾਵਾ ਕਰਦੇ ਆ। ਇੱਕ ਲੜਕੀ ਵੱਲੋਂ ਇਸੇ ਤਰ੍ਹਾਂ ਸ਼ਬਦ ਬੋਲ ਕੇ ਇੱਕ ਛੇੜਖਾਨੀ ਕਰਨ ਦੀ ਲੈ ਕੇ 2 ਲੜਕਿਆਂ ਦੇ ਖਿਲਾਫ ਕੋਲਕਾਤਾ ਦੇ ਇੱਕ ਥਾਣੇ ਦੇ ਵਿੱਚ ਮੁਕੱਦਮਾ ਦਰਜ ਵੀ ਕਰਵਾਇਆ ਗਿਆ। ਉਹ ਕਹਿੰਦੇ ਇਹ ਮੁਸਟੰਡੇ, ਇਹ ਮਨਚਲੇ ਪ੍ਰਧਾਨ ਮੰਤਰੀ ਮੋਦੀ ਦੀ ਨਕਲ ਕਰ ਰਹੇ ਨੇ। ਬੰਗਾਲ ਸਿਟੀਜ਼ਨ ਫੋਰਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਸਿਰਫ ਬੰਦ ਹੀ ਨਹੀਂ ਕਰਨੀ ਚਾਹੀਦੀ, ਸਗੋਂ ਮਮਤਾ ਬੈਨਰਜੀ ਤੋਂ ਮੁਆਫੀ ਵੀ ਮੰਗਣੀ ਚਾਹੀਦੀ ਹੈ। ਫੋਰਮ ਦੇ ਵੱਲੋਂ ਅਮਹਰਸਟ ਸਟਰੀਟ ਥਾਣੇ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਵੀ ਸਾੜਿਆ ਗਿਆ। ਚੋਣ ਕਮਿਸ਼ਨ ਨੂੰ ਇਸ ਦੇ ਬਾਬਤ ਸ਼ਿਕਾਇਤ ਕਰਨ ਦੀ ਗੱਲ ਵੀ ਆਖੀ ਹੈ, ਪਰ ਥਾਣੇ ਦੇ ਵਿੱਚ ਉਹਨਾਂ ਨੇ ਰਿਪੋਰਟ ਦਰਜ ਕਰਵਾ ਦਿੱਤੀ ਹੈ। ਦੂਸਰੇ ਪਾਸੇ ਦੇਖਦੇ ਹਾਂ ਕਿ ਇਸ FIR ਦੇ ਉੱਤੇ ਸੰਬੰਧਿਤ ਥਾਣੇ ਦਾ ਮੁਖੀ ਜਾਂ ਥਾਣਾ ਜਾਂ ਪੁਲਿਸ ਟੀਮ ਕੋਈ ਕਾਰਵਾਈ ਪਾਉਂਦੀ ਹੈ, ਕਿਉਂਕਿ ਇੱਕ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸਭ ਤੋਂ ਤਾਕਤਵਰ ਵਿਅਕਤੀ ਹੈ ਤੇ ਦੂਸਰੇ ਪਾਸੇ ਇੱਕ ਪੁਲਸੀਆ, ਇੱਕ ਸਿਪਾਹੀ, ਇੱਕ ਚਪੈਟਾ ਹੀ ਕਹਿੰਦੇ ਨੇ ਆਮ ਲੋਕ, ਮੁਨਸ਼ੀ, ਥਾਣੇਦਾਰ, ਕੀ ਔਕਾਤ ਰੱਖਦਾ ਕੋਈ? ਕਿਉਂਕਿ ਨਾਰਵੇ ਤਾਂ ਹੈ ਨਹੀਂ। ਬੀਤੇ ਦਿਨੀ ਦਾ ਬੈਨੀਪਾਲ ਸ਼ੋਅ ਦੇ ਵਿੱਚ ਮੈਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਫਰਵਰੀ ਮਹੀਨੇ ਨਾਰਵੇ ਦੀ ਪ੍ਰਧਾਨ ਮੰਤਰੀ ਨੇ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ, ਜਿਸ ਤਰ੍ਹਾਂ ਅੱਜ ਮਨੋਹਰ ਲਾਲ ਖੱਟੜ ਹੋਰਾਂ ਨੇ ਜਾਰੀ ਕੀਤੇ ਹੈ। ਉਹਨਾਂ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼ ਕਿ ਰਾਤ ਦਾ ਕਰਫਿਊ ਹੋਏਗਾ ਰਾਤ ਦੇ 9 ਤੋਂ ਸਵੇਰ ਦੇ 5 ਵਜੇ ਤੱਕ। ਨਾਰਵੇ ਦੀ ਪ੍ਰਧਾਨ ਮੰਤਰੀ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ ਕਿ 10 ਬੰਦਿਆਂ ਤੋਂ ਵੱਧ ਕਿਤੇ ਇਕੱਠ ਕੀਤਾ ਨਹੀਂ ਜਾ ਸਕਦਾ, ਪਰ ਉਹਨਾਂ ਨੇ ਆਪਣਾ ਜਨਮਦਿਨ ਮਨਾਇਆ। ਜਨਮਦਿਨ ਦੇ ਉੱਤੇ 13 ਬੰਦੇ ਇਕੱਠੇ ਹੋ ਗਏ। ਪੁਲਿਸ ਵਾਲੇ ਗਏ, ਪ੍ਰਧਾਨ ਮੰਤਰੀ ਨੂੰ ਜੁਰਮਾਨਾ ਲਾਇਆ, ਚਲਾਨ ਕੱਟਿਆ ਏ। ਉਹ ਕਹਿੰਦੇ ਤੁਸੀਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ, ਇਹ ਨਹੀਂ ਕਿ ਤੁਸੀਂ ਪ੍ਰਧਾਨ ਮੰਤਰੀ ਹੋ, ਤੁਸੀਂ 13 ਬੰਦੇ ਇਕੱਠੇ ਕਰ ਸਕੋ ਤੇ ਆਮ ਲੋਕ 10 ਤੋਂ ਵੱਧ ਨਹੀਂ ਇਕੱਠੇ ਕਰ ਸਕਦੇ। ਉਹ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਬਾਕੀਆਂ ਨਾਲੋਂ ਜ਼ਿਆਦਾ ਬਣਦੀ ਹੈ। ਤੁਸੀਂ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ, ਤੁਹਾਨੂੰ ਇਸ ਗੱਲ ਦਾ ਇਲਮ ਵੀ ਹੈ ਕਿ ਇਹਦੀ ਪਾਲਣਾ ਕਿਵੇਂ ਕਰਨੀ ਹੈ। ਪ੍ਰਧਾਨ ਮੰਤਰੀ ਨੇ ਕੋਈ ਗਿਲਾ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਸਮੁੱਚੇ ਨਾਰਵੇ ਦੇ ਲੋਕਾਂ ਤੋਂ ਮੁਆਫੀ ਵੀ ਮੰਗੀ ਕਿ ਮੇਰੀ ਬਿਲਕੁਲ ਹੀ ਗਲਤੀ ਸੀ, 10 ਦੀ ਬਜਾਏ ਮੈਂ 13 ਬੰਦੇ ਇਕੱਠੇ ਕਿਉਂ ਕੀਤੇ। ਹੁਣ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਉੱਤੇ FIR ਦਰਜ ਹੋ ਗਈ ਹੈ ਕਿ ਕੀ ਥਾਣੇ ਵਾਲੇ ਕੋਈ ਕਾਰਵਾਈ ਪਾਉਣ ਦੀ ਸਮਰੱਥਾ ਰੱਖਣਗੇ, ਕੀ ਸੰਵਿਧਾਨ ਦੀ ਰਾਖੀ ਕਰਨਗੇ ਜਾਂ ਫਿਰ ਡਰਨਗੇ।
अगली खबर आई है कि 3 पुत ने, जवान पुत ने, पर मां नूं खुदकुशी करने वास्ते मजबूर होना पै गया। कारण की रहे, खबर तुहाडे नाल साझी करते हैं। खबर सनौर तो मिली है। एक औरत ने बीमारी ਅਤੇ घरेलू झगड़े तो परेशान होकर खुद ਨੂੰ ਅੱਗ लगा के खुदकुशी कर ली, अपनी जीवन लीला समाप्त कर ਲਈ है। पंजाब ਵਿੱਚ सोमवार ਦੀ सवेरे उस वक्त पता लग्या ਜਦੋਂ लोग एक पार्क ਦੇ ਵਿੱਚ सैर ਕਰਨ वास्ते गए। मौके ਤੇ गए लोगों ने दस्सिया कि लाश सड़ के सुआह हो चुकी सी, पर पैर बचे हुए सन। पार्क के आले दुआले CCTV कैमरिਆਂ ਦੀ फुटेज कढ़ी गई। फुटेज तो पता लग्या कि यह औरत ऐतवार की रात लगभग 2 बजे हत्थ विच एक कैनी लई आउंदी उस पार्क वाल आउंदी हुई नज़र आ रही है, जाती हुई नज़र आ रही है। फुटेज दे विच वेख के पुलिस ने परिवारक व्यक्ति नूं सद्दिया कि दसो तो भाई आ तुहाडे घर दा मैंबर तां नहीं कोई। मृतका का नाम कुलवंत कौर, उम्र लगभग 60 वरे दसी जा रही है। कसांभिया वाला मुहल्ला सनौर की दसी गई है। इस बारे थाणा मुखी गुरनाम सिंह ने दस्सिया कि मृतक औरत के वारसां दे बयान लैके कार्रवाई की जा रही है। पुलिस के दस्सण मुताबक पार्क विच एक बेंच के कोल खाली कैनी बरामद हुई है। कुलवंत कौर के पति की पहले ही मौत हो चुकी सी ते 3 पुत्र ने। बीते लंबे समय तो बीमार रहिंदी सी ते परेशान रहिंदी सी। मौके ते पहुंचे मृतका के भरा राजकुमार ने एक गल दसी। वो कहते उन्हों का भाणजा सरकारी नौकरी ते भी लग्या होया, घर विच किसी चीज़ की कमी भी कोई नहीं। सब कुछ होने के बावजूद अपनी मां का ख्याल नहीं सी रखते। उन्होंने यह भी दस्सिया कि उन्हों की भैन ने कई बार फोन पर उसनूं ये दस्सिया सी कि घर दे विच गाली गलोच आम गल है ते कुटमार भी हुंदी है। CCTV कैमरे की फुटेज के मुताबक औरत हत्थ विच कैनी लैके इकल्ली पार्क वाल आउंदी है ते इह थां जिथों उसकी लाश सड़ी हुई मिली है औरत के घर तो लगभग अद्धा किलोमीटर ते दूर है। पर किसी ने घटना नूं वापरदਿਆਂ नहीं वेखिया, किसी ने उसकी आवाज़ नहीं सुनी। पर CCTV कैमरे दे विच इह घटना कैद हो गई। मृतका के भरा की शिकायत ते थाणा सनौर की पुलिस ने 3 ही पुत्रां ते नूंह के विरुद्ध खुदकुशी करने लई मजबूर करने के दोष हेठ मुकदमा दर्ज कर लिया। पुलिस ने मृतका के पुत्र परविंदर सिंह, नूंह जसविंदर कौर, 2 होर पुत्र हरकीरत सिंह ते तलविंदर सिंह के विरुद्ध मामला दर्ज करके अगलेरी कार्रवाई शुरू कर दी है। हुण तुहानूं भी पता है कि कोई वेला हुंदा सी उदों तां किहड़ा मंदिर, किहड़ी मसीत, किहड़ी मस्जिद, किहड़ी कबर, किहड़ा थां, किहड़ा गुरद्वारा, किहड़ा तीर्थ स्थान जेकर औलाद की प्राप्ति ना होवे मापे जाके मत्थे नहीं रगड़ते। कई बारी इंज भी होया कि धीआं नूं कुखां विच कतल करा के पुत्रां की प्राप्ति दे वास्ते मापे भज दौड़ करते रहिंदे सी। पर आ 3 पुत्र ने, जवान पुत्र ने। इस औरत के सिर तो सिर दा साईं पहलां ही उठ चुका सी। पर तुसी देखो कि मजबूरी की सी। जे बीमार हो गई मां तो इलाज किने करवाउणा है? मंदिरां मसीतां दे पता नहीं किन्ने क विचारी ने मत्थे रगड़े होणगे, किन्नियां कुने सुखां सुखियां होणगियां कि घर विच औलाद होवे, घर विच पुत्र पैदा होण। पर पुत्रां ने सिला की दिता है। इस तरह दी खबरां पहलां भी बड़ियां आउंदियां रहियां ने। एक बीते वरे भी इस तरह की खबर बहुत सुर्खियां विच आई सी कि एक मां श्री मुक्तसर साहब दे विच तुसी देखो कि किवें रहिंदी सी, इट्टां आले दुआले खड़ियां करके ਉਹਦੇ ਵਿੱਚ रहिंदी सी, गली पई सी, सड़ी पई सी, कीड़े ਚੱਲਦੇ सी। एक चंगे आसर रसूख वाले परिवार की मां सी ਉਹ। आ भी लगभग मामला उस तरह का है। साडा गंद मावां धोंदियां ने, विंगे टेढ़े राहां तो सानू बचाउंदियां ने। सੱਟ साडे लगे, तकलीफ मां दी हुंदी है। बच्चे का मत्था देख के दस दिंदी है, मूँह देख के दस दिंदी है कि अज बाहर किसी ने इहनूं मंदा चंगा बोलिया होना। पता नहीं कित्थों औखां सौखां तंगियां कट के भी साडे वास्ते चंगे कपड़े, चंगे स्कूल, चंगी पढ़ाई का प्रबंध करती रहिंदी है। आप कई बार रुखी मिस्सी खांदी है, पर बच्चों नूं चाहुंदी है कि जो मंगदे आ वो बना के दे दियां। कई बार घर दे विच उस तरह की सुविधा भी नहीं हुंदी। औखां सौखां कट के बच्चों नूं पढ़ाउंदी है, पालदी है, पलोसदी है, वड्डे करदी है। पर जदों मापे वड्डे हो जाते हैं, एक मां, कोई वेला सी 5-5 7-7 बच्चे आम ही गल हुंदे सी एक मां दे। अज चलो 1 ਜਾਂ 2 तो सब दे ही है, बहुतियां दे कह लैंदे आ। पर तुसी देखो कि एक मां 5-7 बच्चों नूं संभाल सकती है, पर 5-7 बच्चे एक मां नूं नहीं संभाल सकते। बहुत हैरानी की गल है। वैसे गुरद्वारियां च जाने, मंदिरां मस्जिदां च जाने, की सिख के मुड़दे आ?
ਇੰਨਾ ਕਮਾਲ ਦਾ ਸਾਡਾ ਵਿਰਸਾ, ਸਾਡੀ ਵਿਰਾਸਤ, ਉਸ ਵਿਰਸੇ ਤੇ ਉਸ ਵਿਰਾਸਤ ਵਾਲੀ ਧਰਤੀ ਦੇ ਉੱਤੇ ਹੁਣ ਉਹ ਘਰ ਜਿਹੜੇ ਬਿਰਧ ਘਰ ਨੇ, ਜਿੱਥੇ ਮਾਪੇ ਰਹਿੰਦੇ ਨੇ, ਜਿੱਥੇ ਬਜ਼ੁਰਗੀ ਰੁਲਦੀ ਹੈ, ਬੁਢਾਪਾ ਰੁਲਦਾ ਹੈ, ਉੱਥੇ ਦੇਖੋ ਉਹਨਾਂ ਦੀ ਗਿਣਤੀ ਕਿੰਨੀ ਵੱਧਦੀ ਜਾਂਦੀ ਹੈ। ਸੋ ਅਗਲੀ ਜਿਹੜੀ ਖਬਰ ਹੈ ਉਹ ਦਿੱਲੀ ਮੋਰਚੇ ਨਾਲ ਸੰਬੰਧਿਤ ਖਬਰ ਹੈ। ਲਗਭਗ ਰੋਜ਼ ਖਬਰ ਇੱਕ ਅੱਧੀ ਪ੍ਰੋਗਰਾਮ ਦੌਰਾਨ ਸ਼ਾਮਲ ਕਰਨੀ ਪੈਂਦੀ ਹੈ। ਜਾਣਕਾਰੀ ਮਿਲੀ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਦੇ ਹੇਠ, ਜਿਸ ਤਰ੍ਹਾਂ ਬਾਕੀ ਜਥੇਬੰਦੀਆਂ ਵੀ ਬੈਠੀਆਂ ਨੇ, ਮੋਰਚਾ ਲਾਈ ਬੈਠੀਆਂ ਨੇ, ਲਗਭਗ 5 ਮਹੀਨੇ ਹੋਣ ਵਾਲੇ ਹੈ, ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਪਰ ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜਿੱਥੇ ਹਜ਼ਾਰਾਂ ਕਿਸਾਨ ਮਜ਼ਦੂਰ, ਨੌਜਵਾਨ, ਬੀਬੀਆਂ, ਬੱਚੇ ਬੈਠੇ ਆ, ਉਹਨਾਂ ਵਿੱਚੋਂ ਇੱਕ ਜਾਨ ਆ ਵੀ ਸੀ। ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਸਨ ਕਸ਼ਮੀਰ ਸਿੰਘ, ਪੰਡੋਰੀ ਰਣ ਸਿੰਘ ਤੋਂ, ਜੋ ਬੀਤੇ ਨਵੰਬਰ ਮਹੀਨੇ ਤੋਂ ਲਗਾਤਾਰ ਇਸ ਸੰਘਰਸ਼ ਦਾ ਹਿੱਸਾ ਬਣੇ ਹੋਏ ਸੀ। ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ, ਸਿਹਤ ਵਿਗੜਦੀ ਹੈ। ਮੁੱਢਲੀ ਸਹੂਲਤ ਦਿਵਾਉਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਸਾਥੀ ਪਿੰਡ ਲੈ ਆਉਂਦੇ ਆ। ਜਾਣਕਾਰੀ ਮਿਲ ਰਹੀ ਹੈ ਕਿ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਅੱਜ ਤੜਕਸਾਰ ਅਕਾਲ ਚਲਾਣਾ ਕਰ ਗਏ ਹੈ। ਤੁਸੀਂ ਦੇਖੋ ਕਿ ਹਰ ਰੋਜ਼ ਇੱਕ ਅਤੀ ਜਾਨ ਇਸ ਸੰਘਰਸ਼ ਦੇ ਲੇਖੇ ਲੱਗ ਰਹੀ ਹੈ। ਤੇ ਦੂਸਰੇ ਪਾਸੇ ਕੇਂਦਰ ਸਰਕਾਰ ਸ਼ਰਤਾਂ ਕਹਿੰਦੀ ਹੈ, ਹਲੇ ਵੀ ਸ਼ਰਤ ਆਏ ਫੇਰ ਗੱਲ ਕਰਾਂਗੇ। ਕਿਸਾਨ ਤਾਂ ਇੱਥੋਂ ਤੱਕ ਆਖਦਾ ਕਿ ਤੁਸੀਂ ਸਾਨੂੰ ਅੰਕੜਾ ਹੀ ਦੇ ਦਿਓ। ਹੁਣ ਅਸੀਂ ਕਹਿੰਦੇ 400 ਨੂੰ ਢੁੱਕਣ ਵਾਲੇ ਆ, ਦੱਸ ਦਿਓ 500, 600, 1000, 2000, ਜਿੰਨੀਆਂ ਜਾਨਾਂ ਚਾਹੀਦੀਆਂ ਨੇ ਜਾਨਾਂ ਲੈ ਲਓ, ਪਰ ਸਾਡੇ ਹੱਥਾਂ ਦੇ ਵਿੱਚੋਂ ਸਾਡਾ ਰੁਜ਼ਗਾਰ ਨਾ ਖੋਹੋ, ਸਾਡੇ ਮੂੰਹਾਂ ਦੇ ਵਿੱਚੋਂ ਬੁਰਕੀਆਂ ਨਾ ਕੱਢੋ। ਸੋ ਵੇਖਦੇ ਹਾਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਆਖ ਦਿੱਤਾ ਕਿ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ, ਪਰ ਸ਼ਰਤਾਂ ਚੁੱਕ ਦਿਓ। ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਸੱਚਮੁੱਚ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ। ਤੇ ਜੇਕਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤਾਂ ਕਿ ਰੋਜ਼ਾਨਾ ਲਾਈਵ ਪ੍ਰੋਗਰਾਮ ਦੌਰਾਨ ਸ਼ਾਮਲ ਹੋ ਸਕੋ ਅਤੇ ਇਸ ਪ੍ਰੋਗਰਾਮ ਨੂੰ ਵੀ ਸਮੇਂ ਸਿਰ ਤੁਸੀਂ ਵੇਖ ਸੁਣ ਸਕੋ। ਸਮੇਂ ਦੀ ਸਮਾਪਤੀ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾਖਾ।